ਫਿਲਹਾਲ ਸਾਡੇ ਨਾਲ ਗੱਲਬਾਤ ਕਰਨ ਲਈ ਸਰ ਕੀ ਕਹੋਗੇ ਭਾਰਤ ਭੂਸ਼ਣ ਜੀ, ਕੀ ਕਹੋਗੇ ਕਿ ਐਮਐਸਪੀ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਕਿਸਾਨ ਤੁਹਾਡੇ ਨਾਲ ਜ਼ਿਆਦਾ ਜੁੜੇ ਨੇ ਮੰਡੀਆਂ ਦੇ ਵਿੱਚ, ਤੁਸੀਂ ਇਸ ਵਾਰ ਕਾਫੀ ਜ਼ਿਆਦਾ ਇਹਤਿਆਤ ਵੀ ਰਹੇ ਕਿ ਕਰੋਨਾ ਵਾਇਰਸ ਨਾ ਫੈਲੇ, ਤੇ ਇਹ ਪੂਰੇ ਕਿਵੇਂ ਦੇਖਦੇ ਹੋ ਐਮਐਸਪੀ ਨੂੰ? ਇਹ ਐਮਐਸਪੀ ਇਹੀ ਹੈ ਜਿਹੜੀ ਕਿ ਪੰਜਾਬ ਦੀ ਕਿਸਾਨੀ ਨੂੰ ਹੁਣ ਤਾਈਂ ਬਚਾਈ ਤੁਰੀ ਜਾਂਦੀ ਹੈ, ਕਿਉਂਕਿ ਤੁਸੀਂ ਦੇਖਿਆ ਹੋਵੇਗਾ ਇਹੋ ਜੀ ਮਹਾਮਾਰੀ ਦੇ ਦੌਰਾਨ ਵੀ ਜਦੋਂ ਸਾਰੇ ਕਿਤੇ ਬੰਦ ਸਨ, ਇਸ ਐਮਐਸਪੀ ਦੇ ਕਰਕੇ ਹੀ ਜਦੋਂ ਪ੍ਰੋਕਿਉਰਮੈਂਟ ਅੱਛੀ ਹੋ ਗਈ, 127 ਲੱਖ ਮੀਟ੍ਰਿਕ ਟਨ ਦੇ ਕਰੀਬ ਅਸੀਂ ਕਣਕ ਚੱਕ ਲਈ, ਤੇ ਐਮਐਸਪੀ ਦੇ ਰਾਹੀਂ ਅਸੀਂ ਤਕਰੀਬਨ 26,000 ਕਰੋੜ ਰੁਪਏ ਪੰਜਾਬ ਦੀ ਰੂਰਲ ਇਕਾਨਮੀ 'ਚ ਪਾਇਆ। ਉਹਦੇ ਚਾਹੇ ਆੜਤੀ ਹੋਣ, ਸਾਡੇ ਕਿਸਾਨ ਭਰਾ ਹੋਣ, ਲੇਬਰ, ਕਾਟੇਜ, ਟਰਾਂਸਪੋਰਟਰ, ਸਾਰਿਆਂ ਨੂੰ ਇਹ ਕਿਸੇ ਨਾ ਕਿਸੇ ਰੂਪ ਵਿੱਚ ਇਹਦੀ ਪੈਸੇ ਦੀ ਅਦਾਇਗੀ ਕੀਤੀ ਗਈ। ਤੇ ਅੱਜ ਜੇ ਪੰਜਾਬ ਦੇ ਵਿੱਚ ਥੋੜੀ ਇਕਾਨਮੀ ਠੀਕ ਹੋਣ ਦੀ ਰਾਹ 'ਤੇ ਹੈ, ਤੇ ਉਹਦੇ ਵਿੱਚ ਬਹੁਤ ਵੱਡਾ ਹਿੱਸਾ ਇਸ ਪ੍ਰੋਕਿਉਰਮੈਂਟ ਦਾ ਜਿਹੜਾ ਐਮਐਸਪੀ ਰਾਹੀਂ ਕੀਤਾ ਜਾਂਦਾ ਹੈ। ਤੇ ਹੁਣ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਸੈਂਟਰ ਵੱਲੋਂ, ਪਹਿਲਾਂ 1 ਸਾਲ ਪਹਿਲਾਂ ਪੀਐਫਐਮਐਸ ਥੋਪਣਾ, ਕੋਸ਼ਿਸ਼ ਕਰਨੀ ਉਹਨੂੰ ਬਾਹਰ ਕੱਢਣ ਦੀ, ਆੜਤੀਆਂ ਨੂੰ ਬਾਹਰ ਕੱਢਣ ਦੀ, ਉਹਦੇ ਵਿੱਚ ਵੀ ਡਾਇਰੈਕਟ ਪੇਮੈਂਟ ਕਿਸਾਨਾਂ ਨੂੰ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਕਿਉਂਕਿ ਸਾਡੇ ਏਪੀਐਮਸੀ ਐਕਟ ਦੇ ਵਿੱਚ ਉਹਨਾਂ ਨੂੰ ਪ੍ਰੋਟੈਕਸ਼ਨ ਹਾਸਲ ਹੈ, ਇਸ ਕਰਕੇ ਉਹ ਬਚੇ ਰਹੇ। ਤੇ ਉੱਥੇ ਸਾਡੇ ਸੀਐਮ ਸਾਹਿਬ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਸਟੈਂਡ ਵੀ ਬਹੁਤ ਕਲੀਅਰ ਲਿਆ। ਤੇ ਹੁਣ ਜਿਹੜੇ 3 ਆਰਡੀਨੈਂਸ ਕੀਤੇ ਗਏ, ਸਿੱਧਾ ਜਿਹੜੀਆਂ ਸੂਬਾ ਸਰਕਾਰਾਂ ਦੇ ਅਧਿਕਾਰਾਂ ਦੇ ਹੱਕਾਂ ਤੇ ਡਾਕਾ ਮਾਰਨ ਵਾਲੀ ਗੱਲ ਕੀਤੀ ਉਹਨਾਂ ਨੇ। ਕਿਸੇ ਨਾ ਕਿਸੇ ਬੈਕਡੋਰ ਰਾਹੀਂ ਆਪਣੇ ਕੋਲ ਅਖਤਿਆਰ ਲੈ ਲੈਣੇ, ਕਿਉਂਕਿ ਐਗਰੀਕਲਚਰ ਸਟੇਟ ਸਬਜੈਕਟ ਹੈ, ਤੇ ਹਰ ਸਟੇਟ ਨੇ ਦੇਖਣਾ ਆਪਣੇ ਕਿਸਾਨਾਂ ਨੂੰ ਕਿਸ ਤਰੀਕੇ ਬਚਾ ਕੇ ਰੱਖਣਾ, ਕਿਉਂਕਿ ਜ਼ਰੂਰੀ ਨਹੀਂ ਕਿਤੇ ਕਪਾਹ ਦੀ ਖੇਤੀ ਜ਼ਿਆਦਾ ਹੁੰਦੀ, ਕਿਤੇ ਦਾਲਾਂ ਦੀ ਖੇਤੀ ਜ਼ਿਆਦਾ ਹੁੰਦੀ। ਹਰੇਕ ਜਗ੍ਹਾ ਹਰੇਕ ਸਟੇਟ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਕਿਸਾਨੀ ਹੈ, ਤੇ ਉਹਨਾਂ ਨੇ ਸਟੇਟ ਤੇ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਇਹਦੇ ਤੇ ਫੈਸਲਾ ਲੈਣਾ ਹੁੰਦਾ। ਤੇ ਇਹ ਚੁੱਪਚਾਪ ਬਗੈਰ ਕਿਸੇ ਨਾਲ ਡਿਸਕਸ਼ਨ ਕਰੇ, ਬਗੈਰ ਸਟੇਟਾਂ ਨੂੰ ਲੂਪ 'ਚ ਲਏ ਆਰਡੀਨੈਂਸ ਜਾਰੀ ਕਰ ਦੇਣੇ, ਤੇ ਜਿਹਦੇ 'ਚ ਉਹਨਾਂ ਦੀ ਮਨਸ਼ਾ ਬਿਲਕੁਲ ਸਾਫ਼ ਹੈ, ਇੱਕ ਅਲੱਗ ਮੰਡੀਆਂ ਬਣਾਉਣੀਆਂ, ਉਹਦੇ ਵਿੱਚ ਜਿਹਦੇ 'ਚ ਬਿਲਕੁਲ ਵੀ ਫੀਸ ਨਹੀਂ ਕੋਈ ਲਾ ਸਕੇਗੀ, ਨਾ ਸਟੇਟ ਸਰਕਾਰ ਲਾ ਸਕੇਗੀ। ਕਿਸਾਨਾਂ ਨੂੰ ਉਹਦੇ 'ਚ ਭੇਜਣ ਦਾ ਤਰੀਕਾ ਕੱਲ੍ਹ ਨੂੰ ਐਮਐਸਪੀ ਖਤਮ ਕਰਕੇ ਉਹਨਾਂ ਮੰਡੀਆਂ 'ਚ ਹੀ ਫਸਲ ਸਿੱਟ ਦਿਓ ਜਿਹਦੇ 'ਚ ਐਮਐਸਪੀ, ਬਗੈਰ ਐਮਐਸਪੀ ਤੋਂ ਜਿਹਦੇ 'ਚ ਪ੍ਰੋਕਿਉਰਮੈਂਟ ਸਰਕਾਰਾਂ ਨਹੀਂ ਕਰਦੀਆਂ। ਤੇ ਜਾਖੜ ਸਾਹਿਬ ਨੇ ਦਿਖਾਇਆ ਬਕਾਇਦਾ ਤੌਰ ਤੇ ਵੀ ਅੱਜ ਮੱਕੀ ਜਿਹੜੀ ਹੈ 600-700 ਨੂੰ ਵਿਕਦੀ ਹੈ, ਜਿਹਦਾ ਐਮਐਸਪੀ 'ਚ ਰੇਟ 1800 ਤੋਂ ਉੱਤੇ ਹੈ। ਤੇ ਇਹੀ ਹਾਲ ਝੋਨੇ ਤੇ ਕਣਕ ਦਾ ਹੋ ਜਾਏਗਾ, ਤੇ ਪੰਜਾਬ ਦੀ ਕਿਸਾਨੀ ਬਿਲਕੁਲ ਤਬਾਹ ਔਰ ਬਰਬਾਦ ਹੋ ਜਾਏਗੀ। ਆਸ਼ੂ ਜੀ, ਵੱਡੀ ਗੱਲ ਇਹ ਕਹੀ ਜਾ ਰਹੀ ਹੈ ਕਿ ਜਿਵੇਂ ਭਾਵੇਂ ਅਕਾਲੀ ਦਲ ਹੋਵੇ, ਬੀਜੇਪੀ ਹੋਵੇ, ਕਹਿ ਰਹੇ ਨੇ ਕਿ ਪ੍ਰਾਈਵੇਟਿਜ਼ਮ ਹੋਊਗਾ ਤੇ ਉਹਦੇ ਨਾਲ ਜਿਹੜਾ ਫਸਲ ਹੈ ਉਹ ਮਹਿੰਗੀ ਵਿਕੂਗੀ। ਲੇਕਿਨ ਦੂਸਰੀ ਗੱਲ ਇਹ ਹੈ ਕਿ ਜਿਵੇਂ ਆਪਦਾ ਆਈ, ਸਰਕਾਰ ਜ਼ਿੰਮੇਦਾਰ ਸੀ, ਤੁਸੀਂ ਜ਼ਿੰਮੇਦਾਰ ਸੀ, ਤੁਸੀਂ ਮੰਡੀਆਂ ਦੇ ਵਿੱਚ ਪਹੁੰਚੇ, ਤੁਸੀਂ ਸਾਰੀ ਕਣਕ ਸਾਂਭ ਲਈ, ਕੋਈ ਇਦਾਂ ਦਾ ਕੇਸ ਨਹੀਂ ਆਇਆ ਕਿ ਕਿਤੇ ਸਪਰੈਡ ਹੋਈ ਹੈ ਕਿਸੇ ਮੰਡੀ ਦੇ ਵਿੱਚ, ਇੱਕ ਸਿੰਗਲ ਕੇਸ ਨਹੀਂ ਆਇਆ। ਲੇਕਿਨ ਅਗਰ ਇਹ ਪ੍ਰਾਈਵੇਟਿਜ਼ਮ ਹੋ ਜਾਂਦਾ, ਇਹਦੇ ਨਾਲ ਕੋਈ ਆਪਦਾ ਆਉਂਦੀ, ਉਹਦਾ ਜ਼ਿੰਮੇਦਾਰ ਕੌਣ ਹੋਗਾ? ਇਹ ਕਲੈਰਿਟੀ ਹੋਈ ਹੈ ਕੋਈ? ਬਿਲਕੁਲ ਕੋਈ ਕਲੈਰਿਟੀ ਨਹੀਂ ਹੈ। ਇਹ ਤਾਂ ਸਿਰਫ ਤੇ ਸਿਰਫ ਨਾਮ ਇਹਦਾ ਕਿਹਾ ਗਿਆ ਵੀ ਇਹ ਕਿਸਾਨਾਂ ਦੀ ਵੈਲਫੇਅਰ ਲਈ ਹੈ। ਬਿਲਕੁਲ ਇਹ ਕੋਆਪਰੇਟਿਵ ਅਦਾਰਿਆਂ ਦੀ ਤੇ ਵਪਾਰੀਆਂ ਦੀ ਵੈਲਫੇਅਰ ਵਾਸਤੇ ਇਹ ਆਰਡੀਨੈਂਸ ਆਏ ਨੇ। ਤੇ ਇਹ ਇੱਕ ਤਾਂ ਮੈਨੂੰ ਨਹੀਂ ਸਮਝ ਆਉਂਦੀ ਵੀ ਅਕਾਲੀ ਦਲ ਕਿਸ ਗੱਲ ਦਾ ਸਟੈਂਡ ਲੈ ਰਿਹਾ ਇਸ ਦੇ ਹੱਕ 'ਚ। ਉਹ ਆਪਣੇ ਸਟੈਂਡ ਤੋਂ ਹੀ, ਅਨੰਦਪੁਰ ਸਾਹਿਬ ਦਾ ਕਲੀਅਰ ਮਤਾ ਹੈ ਵੀ ਸੂਬਿਆਂ ਨੂੰ ਜ਼ਿਆਦਾ ਵੱਧ ਤੋਂ ਵੱਧ ਅਧਿਕਾਰ ਦੇਣੇ ਚਾਹੀਦੇ ਆ, ਜਿਹਦੇ ਪਿੱਛੇ ਅਕਾਲੀ ਦਲ ਲੜਦਾ ਰਿਹਾ ਹੁਣ ਤਾਈਂ। ਤੇ ਹੁਣ ਅਕਾਲੀ ਦਲ ਆਪਣੇ ਸਿਧਾਂਤਾਂ ਤੋਂ ਹੀ ਪਿੱਛੇ ਹਟ ਗਿਆ। ਅੱਜ ਸੂਬਾ ਸਰਕਾਰਾਂ ਦੇ ਅਖਤਿਆਰ, ਸੂਬਾ ਸਰਕਾਰਾਂ ਤੋਂ ਅਖਤਿਆਰ ਇਹ ਤਰੀਕੇ ਨਾਲ ਖੋ ਰਹੀ ਹੈ ਮੋਦੀ ਸਰਕਾਰ। ਪਹਿਲਾਂ ਜੀਐਸਟੀ ਸਰਕਾਰ ਦੀ ਜਿਹੜੀ ਆਪ ਦਾ ਰੈਵਨਿਊ ਸੀ, ਆਪ ਵੈਟ ਤੇ ਉਹ ਲਾਉਣੇ ਸੀਗੇ, ਉਹ ਖੋ ਕੇ ਉੱਥੇ ਲੈ ਗਏ। ਤੇ ਉਹ ਵੀ ਜੀਐਸਟੀ ਜਿਹੜਾ ਅੱਜ ਸੁਖਬੀਰ ਜੀ ਇਹ ਕਹਿੰਦੇ ਆ ਵੀ ਇਹ ਅਸੀਂ ਵਿਸ਼ਵਾਸ ਦਵਾ ਕੇ ਲਿਆਉਂਦੇ ਆ ਤੁਹਾਨੂੰ, ਵਿਸ਼ਵਾਸ ਤਾਂ ਉਦੋਂ ਵੀ ਦਿੱਤਾ ਗਿਆ ਸੀਗਾ ਵੀ ਤੁਹਾਡਾ ਜੀਐਸਟੀ ਮਹੀਨੇ ਦੇ ਆਖਰੀ ਹਫਤੇ ਤੋਂ ਪਹਿਲਾਂ ਪਹੁੰਚ ਜਾਏਗਾ, ਤੇ ਅੱਜ 6-6 ਮਹੀਨੇ ਪਿੱਛੇ ਚੱਲਦਾ, ਅੱਜ ਵੀ ਨਹੀਂ ਮਿਲਿਆ। ਬਾਰ-ਬਾਰ ਇਹੀ ਕਿਹਾ ਜਾ ਰਿਹਾ ਕਿ ਸਟੈਂਡ ਕਲੀਅਰ ਕਰਨ, ਭਾਵੇਂ ਹਰਸਿਮਰਤ ਕੌਰ ਬਾਦਲ, ਅਕਾਲੀ ਦਲ ਸਟੈਂਡ ਕਲੀਅਰ ਕਰ ਦੇਣ ਇੱਕ ਵਾਰ, ਕਿ ਉਹਨਾਂ ਦਾ ਸਟੈਂਡ ਕੀ ਹੈਗਾ। ਸਟੈਂਡ ਉਹਨਾਂ ਦਾ ਬਹੁਤ ਕਲੀਅਰ ਹੈ ਜੀ। ਉਹਨਾਂ ਨੇ ਆਪਣੀ ਸਿਰਫ ਇੱਕ ਮਿਨਿਸਟਰੀ ਬਚਾਉਣ ਵਾਸਤੇ ਉਹਨਾਂ ਨੇ ਸਾਰੇ ਦੇ ਸਾਰੇ ਪੰਜਾਬ ਦੇ ਜਿਹੜੇ ਹੱਕ ਸੀਗੇ ਉਹ ਉੱਥੇ ਗਿਰਵੀ ਰੱਖੇ ਹੋਏ ਆ। ਸਟੈਂਡ ਦੀ ਕਿਸਾਨਾਂ ਨੂੰ ਸਮਝਾ ਪਾਓਗੇ ਕਿ ਇਹ ਆਰਡੀਨੈਂਸ ਕਿ ਉਹ ਸਮਝ ਗਏ ਨੇ ਕਿ ਅੱਜ ਵੀ ਚਲੋ ਮੀਟਿੰਗ ਹੈਗੀ, ਇਸੇ ਤੇ ਕਿ ਕਿਸਾਨ ਸਮਝ ਸਕਣ? ਪੰਜਾਬ ਦੇ ਸਾਰੇ ਕਿਸਾਨ ਬੜੇ ਸਮਝਦਾਰ ਅਵੇਅਰ ਨੇ, ਕਿਉਂਕਿ ਉਹਨਾਂ ਨੇ ਇੱਥੇ ਗ੍ਰੀਨ ਰੈਵੋਲੂਸ਼ਨ ਲਿਆਂਦਾ। ਉਹਨਾਂ ਨੇ ਨਵੀਂ ਜਿਹੜੀ ਬੀਜ ਇੱਥੇ ਦੇ ਜੋ ਸਾਡੇ ਪੀਏਯੂ ਵੱਲੋਂ ਰਿਸਰਚ ਹੋ ਕੇ ਨਿਕਲਦੇ ਸੀ, ਉਹਦੇ ਹਿਸਾਬ ਦੇ ਨਾਲ ਇੱਥੇ ਹਰੀ ਕ੍ਰਾਂਤੀ ਲਿਆਂਦੀ, ਤੇ ਸਾਰੇ ਹਿੰਦੁਸਤਾਨ ਦਾ ਢਿੱਡ ਭਰਿਆ। ਤੇ ਅੱਜ ਜਦੋਂ ਫਸਲ ਬਹੁਤਾਤ 'ਚ ਹੋਣ ਲੱਗੀ, ਤੇ ਇਹੀ ਕਿਸਾਨਾਂ ਨੂੰ ਇਹਨਾਂ ਨੂੰ ਮਤਲਬ ਕਿ ਸਾਰਾ ਨਿਚੋੜ ਨਚਾੜ ਕੇ ਸਾਡੇ ਜਿਹੜੇ ਸਾਰੇ ਕੁਦਰਤੀ ਨੈਚੁਰਲ ਰਿਸੋਰਸਿਸ ਸੀਗੇ, ਸਭ ਤੋਂ ਵੱਡਾ ਤਾਂ ਪਾਣੀ ਹੀ ਸੀਗਾ ਸਾਡੇ ਕੋਲ। ਅੱਜ ਪਾਣੀ ਅਸੀਂ ਝੋਨੇ ਤੇ ਕਣਕ 'ਚ ਲਾ ਕੇ ਆਪਣਾ ਪਾਣੀ ਮੁਕਾ ਲਿਆ। ਤੇ ਅੱਜ
ਕੇਂਦਰ ਸਰਕਾਰ ਦੌੜ ਜਾਏ, ਇਹੀ ਕਿਸਾਨਾਂ ਨੂੰ ਵਿਚਾਲੇ ਛੱਡ ਕੇ ਦੌੜ ਜਾਏ। ਕਿਸਾਨਾਂ ਦਾ ਫੀਡਬੈਕ ਕੀ ਹੈਗਾ ਐਮਐਸਪੀ ਨੂੰ ਲੈ ਕੇ? ਤੁਹਾਡੀ ਚਰਚਾ ਹੋਈ ਨਹੀਂ, ਗੱਲਬਾਤ, ਕਿਉਂਕਿ ਅਗਰ ਇਸ ਤਰ੍ਹਾਂ ਦਾ ਕੋਈ ਕੰਮ ਹੋ ਜਾਂਦਾ ਆਉਣ ਵਾਲੇ 3 ਮਹੀਨਿਆਂ ਬਾਅਦ ਉਹ ਪਰੇਸ਼ਾਨੀ ਸਭ ਤੋਂ ਵੱਧ ਤੁਹਾਨੂੰ ਹੋਣੀ, ਕਿਉਂਕਿ ਤੁਹਾਡੇ ਕੋਲ ਮਹਿਕਮਾ ਹੈਗਾ। ਜਿਵੇਂ ਜਿਵੇਂ ਕਿਸਾਨਾਂ ਨੂੰ ਇਸ ਗੱਲ ਦੀ ਸਮਝ ਆਉਂਦੀ ਜਾ ਰਹੀ ਹੈ, ਕਿਸਾਨ ਵੀ ਇਸ ਗੱਲ ਵੱਲ ਤਿਆਰ ਹੋ ਰਿਹਾ, ਉਹ ਬਕਾਇਦਾ ਤੌਰ ਤੇ, ਕਿਉਂਕਿ ਅੱਜ ਕੋਵਿਡ ਦਾ ਜ਼ਮਾਨਾ ਹੈ, ਤੁਸੀਂ ਇਕੱਠੇ ਹੋ ਕੇ ਕਿਤੇ ਪ੍ਰੋਟੈਸਟ ਕਰ ਨਹੀਂ ਸਕਦੇ। ਪਰ ਜਦੋਂ ਆਲ ਪਾਰਟੀ ਮੀਟਿੰਗ ਹੋਈ ਸੀਗੀ ਤੇ ਸਵਾਏ ਬੀਜੇਪੀ ਨੂੰ ਤਾਂ ਇਸ ਇਸ਼ੂ ਦੀ ਨੌਲੇਜ ਨਹੀਂ, ਕਿਉਂਕਿ ਉਹ ਤਾਂ ਕਿਸਾਨਾਂ ਨਾਲ ਜੁੜੇ ਹੀ ਨਹੀਂ ਹੋਏ। ਪੰਜਾਬ ਦੀ ਬੀਜੇਪੀ ਦੀ ਜਿਹੜੀ ਆ ਉਹ ਬੰਦੇ ਉਸ ਤਕਰੀਬਨ ਉਹਨਾਂ ਦਾ ਸ਼ਹਿਰੀ ਬੇਸ ਜਿਹਾ ਹੈਗਾ, ਤੇ ਉਹਨਾਂ ਨੇ ਤਾਂ ਕੋਈ ਪ੍ਰੋਪਰ ਗੱਲ ਜਾਂ ਕੋਈ ਅਸ਼ਵਨੀ ਜੀ ਨੇ ਕਰੀ ਨਹੀਂ। ਪਰ ਹਾਂ, ਕਿਸੇ ਨਾ ਕਿਸੇ ਤਰੀਕੇ ਬਚਣ ਦੀ ਕੋਸ਼ਿਸ਼ ਕੀਤੀ ਸੁਖਬੀਰ ਜੀ ਨੇ, ਪਰ ਉਹ ਬਚ ਨਹੀਂ ਪਾਏ। ਜਦੋਂ ਉਹਨਾਂ ਨੂੰ ਕਿਹਾ ਤੁਸੀਂ ਰੈਜ਼ੋਲੂਸ਼ਨ ਦੀ ਸਪੋਰਟ ਕਰਦੇ ਹੋ ਜਾਂ ਨਹੀਂ ਕਰਦੇ, ਤਾਂ ਕਦੀ ਕਹਿੰਦੇ ਅਸੀਂ ਲੀਗਲ ਓਪੀਨੀਅਨ ਲਵਾਂਗੇ ਜਾਂ ਉਹ ਕਰਾਂਗੇ। ਜਿਹੜੀ ਪਾਰਟੀ ਸੂਬਿਆਂ ਦੀ ਵੱਧ ਅਧਿਕਾਰਾਂ ਦੇ ਹੱਕ 'ਚ ਹੋਵੇ ਤੇ ਉਹ ਲੀਗਲ ਓਪੀਨੀਅਨ ਦੀ ਸੋਚ ਰੱਖਦੀ ਹੋਵੇ, ਇਹੋ ਜਿਹੀਆਂ ਗੱਲਾਂ ਨਹੀਂ ਤਾਂ ਸੀਐਮ ਸਾਹਿਬ ਸਫਾਈ ਦੇਣ 2017 'ਚ ਤੁਸੀਂ ਕੀ ਕੀਤਾ, ਉਹ ਕੀ, ਅਸੀਂ ਜੋ ਕੀਤਾ ਸਾਡੇ ਇਖਤਿਆਰ ਹੈ, ਅਸੀਂ ਕਿਸੇ ਨੂੰ ਰਿਲੈਕਸ ਕਰ ਸਕਦੇ ਹਾਂ, ਕਿਸੇ ਉਹਨੂੰ, ਪਰ ਸਾਡੇ ਇਖਤਿਆਰ ਸੈਂਟਰ ਲੈ ਜਾਏ ਉਹ ਬਿਲਕੁਲ। ਅੱਜ ਤੁਹਾਡਾ ਹੁਣ ਐਕਸ਼ਨ ਪਲਾਨ ਕੀ ਰਹੂਗਾ? ਚਲੋ 2:30 ਵਜੇ ਤਾਂ ਮੀਟਿੰਗ ਹੈਗੀ, ਹੁਣ ਅੱਗੋਂ ਕੈਬਨਿਟ ਸੀਗੀ, ਕੈਬਨਿਟ ਦੇ ਵਿੱਚ ਵੀ ਇਹ ਚਰਚਾ ਹੋਈ ਹੋਣੀ ਕਿ ਐਮਐਸਪੀ ਨੂੰ ਲੈ ਕੇ ਐਕਸ਼ਨ ਪਲਾਨ ਕੀ ਰਹੂਗਾ ਤੁਹਾਡਾ? ਸੀਐਮ ਸਾਹਿਬ ਬੜੇ ਸਾਰੇ ਪਾਰਟੀਆਂ ਨੂੰ ਨਾਲ ਲੈ ਕੇ ਚੱਲਣ ਵਾਲੇ ਆ, ਉਹਨਾਂ ਨੇ ਸਾਰੀ ਆਲ ਪਾਰਟੀ ਡੋਮੇਨ 'ਚ ਰੱਖਿਆ, ਜਿਹਦੇ 'ਚ ਸਾਰੀਆਂ ਪਾਰਟੀਆਂ ਐਕਸੈਪਟ ਬੀਜੇਪੀ ਔਰ ਅਕਾਲੀ ਦਲ ਛੱਡ ਕੇ ਇਹਦੇ ਤੇ ਮੁਤਫਕ ਸੀਗੀਆਂ ਵੀ ਇਹ ਲਿਖਿਆ ਜਾਵੇ, ਉਹਨਾਂ ਨੂੰ ਵਾਪਸ ਲੈਣ ਨੂੰ ਲਿਖਿਆ ਜਾਵੇ ਤੇ ਵਫਦ ਵੀ ਆਲ ਪਾਰਟੀ ਮਿਲਿਆ ਜਾਵੇ ਪ੍ਰਧਾਨ ਮੰਤਰੀ ਨੂੰ। ਅੱਜ ਉਸ ਤੋਂ ਵੀ ਅੱਗੇ ਜਾ ਕੇ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਬੰਦੇ, ਅੱਜ ਆਮ ਆਦਮੀ ਪਾਰਟੀ ਪ੍ਰੋਟੈਸਟ ਤੇ ਹੈ ਇਸ 3 ਆਰਡੀਨੈਂਸਾਂ ਦੇ ਅਗੇਂਸਟ, ਬੈਂਸ ਬ੍ਰਦਰਜ਼ ਨੇ ਵੀ, ਉਹਨਾਂ ਦੀ ਲੋਕ ਇਨਸਾਫ ਪਾਰਟੀ ਵੀ ਸਾਈਕਲ ਯਾਤਰਾ ਇਹਦੇ ਅਗੇਂਸਟ ਕੱਢਦੀ ਹੈ, ਔਰ ਸਾਰਿਆਂ ਨੂੰ, ਸਾਰੇ ਕਿਸਾਨਾਂ ਵੱਲੋਂ ਹੁੰਗਾਰਾ ਮਿਲ ਰਿਹਾ। ਤੇ ਅੱਜ ਕਿਸਾਨ ਜਥੇਬੰਦੀਆਂ ਉਹ ਬਾਰ-ਬਾਰ ਕਹਿ ਰਹੀਆਂ ਸੀ ਕਿ ਇਸ ਗੱਲ ਤੇ ਸਾਡੇ ਨਾਲ ਵੀ ਡਿਸਕਸ਼ਨ ਕੀਤੀ ਜਾਵੇ, ਇਸ ਤੋਂ ਬਾਅਦ ਅੱਗੇ ਆੜਤੀ ਭਾਈਚਾਰੇ ਨਾਲ, ਸਾਰੇ ਨਾਲ ਗੱਲਬਾਤ ਕਰਕੇ ਜੋ ਸਾਰਿਆਂ ਦਾ ਓਪੀਨੀਅਨ ਹੋਏਗਾ ਉਹ ਸੈਂਟਰ ਨੂੰ ਦੱਸਿਆ ਜਾਵੇ। ਸਪੈਸ਼ਲ ਸੈਸ਼ਨ ਬੁਲਾਇਆ ਜਾਵੇ, ਉਹਦੇ ਵਿੱਚ ਇਹਨੂੰ ਰੱਦ ਕੀਤਾ ਜਾਏ। ਵਿਰੋਧੀਆਂ ਵੱਲੋਂ ਇਹ ਵੀ ਮੰਗ ਕੀਤੀ ਜਾ ਰਹੀ ਕਿ ਇਹ ਸਰਕਾਰ, ਸਟੇਟ ਦੇ ਕੋਲ ਪਾਵਰ ਹੈਗੀ, ਉਹ ਰੱਦ ਕਰ ਸਕਦੀ ਹੈ। ਇਹ ਸਾਰੀਆਂ ਚੀਜ਼ਾਂ ਤੇ ਲੜੀਵਾਰ ਕੰਮ ਚੱਲਦਾ ਪਿਆ। ਇਹਦੇ ਤੇ ਜੋ ਪਹਿਲਾਂ ਆਲ ਪਾਰਟੀ ਮੀਟਿੰਗ ਦਾ ਰੈਜ਼ੋਲੂਸ਼ਨ ਪਾਸ ਹੋਇਆ ਉਹ ਭੇਜਿਆ ਗਿਆ ਸੈਂਟਰ ਗਵਰਨਮੈਂਟ ਨੂੰ, ਹੁਣ ਕਿਸਾਨ ਜਥੇਬੰਦੀਆਂ ਦੀ ਜੋ ਆਵਾਜ਼ ਹੈ ਉਹ ਪਹੁੰਚਾਈ ਜਾਏਗੀ। ਉਸ ਤੋਂ ਬਾਅਦ ਆੜਤੀ ਭਾਈਚਾਰਾ, ਉਹਨੂੰ ਵੀ ਇਨਵੋਲਵ ਕੀਤਾ ਜਾਏਗਾ ਵੀ ਕਿਸ ਤਰੀਕੇ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਲੈਣੇ ਹੋ, ਕਿਉਂਕਿ ਜਦੋਂ ਮੰਡੀਆਂ ਬਣ ਜਾਣੀਆਂ ਪ੍ਰਾਈਵੇਟ, ਉਹਦੇ ਵਿੱਚ ਆੜਤੀਆਂ ਦੀ ਵੀ ਐਗਜ਼ਿਸਟੈਂਸ ਖਤਮ ਹੋਣੀ ਹੈ। ਬਹੁਤ ਵੱਡਾ ਭਾਈਚਾਰਾ, 45,000 ਦੇ ਕਰੀਬ ਆੜਤੀ ਨੇ। ਸਪੈਸ਼ਲ ਸੈਸ਼ਨ ਦੇ ਵਿੱਚ ਇਹਨੂੰ ਰੱਦ ਵੀ ਕੀਤਾ ਜਾ ਸਕਦਾ। ਕੱਲ ਇਹ ਹੌਲੀ ਹੌਲੀ ਉਸੇ ਪਾਸੇ ਨੂੰ ਜਾ ਰਹੀ ਹੈ। ਬਿਲਕੁਲ ਸੀਐਮ ਸਾਹਿਬ ਨੇ ਆਲ ਪਾਰਟੀ ਮੀਟਿੰਗ 'ਚ ਕਹਿਤਾ ਸੀ ਮੈਂ ਪੰਜਾਬ ਦੇ ਹੱਕ 'ਚ ਆ, ਮੈਂ ਹੋਰ ਕਿਸੇ ਚੀਜ਼ ਦੇ ਨਹੀਂ। ਤੇ ਜੇ ਮੈਨੂੰ, ਜਿਵੇਂ ਮੈਂ ਪਾਣੀ ਦਾ ਐਗਰੀਮੈਂਟ ਟਰਮੀਨੇਟ ਕੀਤਾ ਸੀ, ਜੇ ਮੈਨੂੰ ਇਹਦੇ ਵੀ ਕਿਸੇ ਵੀ ਹੱਦ ਤੱਕ ਜਾਣਾ ਪਿਆ ਮੈਂ ਜ਼ਰੂਰ ਜਾਊਂਗਾ। ਤੇ ਇੱਕ ਲਾਸਟ ਸਵਾਲ ਕਿ ਪ੍ਰਧਾਨ ਮੰਤਰੀ ਨੇ ਕੱਲ ਸੰਬੋਧਨ ਦੇ ਵਿੱਚ ਕਿਹਾ ਹੈਗਾ ਕਿ ਹਾਲਾਤ ਕੋਈ ਚੰਗੇ ਨਹੀਂ ਹੈਗੇ, ਕਿ ਆਪਾਂ ਪੀਕ ਵੱਲ ਜਾ ਰਹੇ ਹਾਂ। ਨਵੰਬਰ ਤੱਕ ਉਹਨਾਂ ਨੇ ਕਿ ਸਾਰੀ ਸਟੇਟਸ ਨੂੰ ਰਾਸ਼ਨ ਮਿਲੇਗਾ। ਹਾਂਜੀ, ਇਹ ਜਿਵੇਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਵਿੱਚ ਉਹਨਾਂ ਨੇ 5-5 ਕਿਲੋ 3 ਮਹੀਨਿਆਂ ਦੀ ਕਣਕ ਔਰ 1 ਕਿਲੋ ਪਰ ਮੰਥ ਪਰ ਫੈਮਿਲੀ ਦਾਲ ਦਿੱਤੀ ਸੀ। ਇਹ ਉਹਦੀ ਹੋਈ ਐਕਸਟੈਂਸ਼ਨ ਉਹਨਾਂ ਨੇ ਕੱਲ ਅਨਾਉਂਸ ਕੀਤੀ ਹੈ। ਹਾਲੇ ਸਾਨੂੰ ਕਣਕ ਦੀ 5 ਮਹੀਨਿਆਂ ਦੀ 5 ਕਿਲੋ ਪਰ ਬੰਦਾ 1 ਕਰੋੜ 41 ਲੱਖ ਜਿਹੜਾ NFSA ਦੇ ਅੰਡਰ ਕਵਰ ਹੈ ਸਾਡੇ ਕੋਲ, ਪੰਜਾਬ ਦੀ ਪਾਪੂਲੇਸ਼ਨ ਦਾ ਤਕਰੀਬਨ 51% ਦੇ ਕਰੀਬ ਬੰਦਾ, ਉਹਨਾਂ ਵਾਸਤੇ ਉਹਦੀ ਚਿੱਠੀ ਆ ਗਈ ਅਗਲੇ 5 ਮਹੀਨਿਆਂ ਵਾਸਤੇ। ਐਡੀਸ਼ਨ ਐਲੋਕੇਸ਼ਨ ਹੈ ਜਿਹੜੀ ਉਹਨਾਂ ਦੀ ਰੂਟੀਨ ਐਲੋਕੇਸ਼ਨ ਸੀਗੀ, ਜਿਹੜੀ 6 ਮਹੀਨਿਆਂ ਦੀ ਅਸੀਂ ਇੱਕ ਸਾਈਕਲ ਦੀ ਉਹਨਾਂ ਨੂੰ ਕਣਕ ਦਿੰਦੇ ਸੀ, ਉਹਦੇ ਤੋਂ ਐਡੀਸ਼ਨਲ ਹੈ। ਤੇ ਨਾਲ ਅਸੀਂ ਇੰਤਜ਼ਾਰ ਕਰ ਰਹੇ ਹਾਂ ਦਾਲ ਦੀ ਜਿਹੜੀ ਚਿੱਠੀ ਆ ਜਾਏਗੀ, ਤੇ ਸਾਨੂੰ ਉਮੀਦ ਹੈ ਉਹ ਵੀ ਆ ਜਾਏਗੀ। ਜਿਸ ਤਰੀਕੇ ਐਲੋਕੇਸ਼ਨ ਹੋਏਗੀ ਅਸੀਂ ਨਾਲ ਦੀ ਨਾਲ ਡਿਸਟ੍ਰੀਬਿਊਸ਼ਨ ਸ਼ੁਰੂ ਕਰ ਦੇਂਗੇ। ਜਿਹੜੀ ਪਿਛਲੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੀ ਉਹਨਾਂ ਦੇ ਵੱਲੋਂ ਆਈ ਸੀਗੀ ਐਲੋਕੇਸ਼ਨ, ਉਹ ਅਸੀਂ ਤਕਰੀਬਨ 98% ਦੇ ਕਰੀਬ ਵੰਡ ਦਿੱਤੀ ਹੋਈ ਹੈ। ਧੰਨਵਾਦ ਆਸ਼ੂ ਜੀ। ਤੇ ਇਸ ਕੇ ਭਾਰਤ ਭੂਸ਼ਣ ਆਸ਼ੂ ਜਿਨ੍ਹਾਂ ਨੇ ਸਾਫ਼ ਕਰਤਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਹੜਾ ਹੈਗਾ ਵੱਡਾ ਸਟੈਪ ਲਿੱਤਾ ਜਾ ਸਕਦਾ, ਕਿ ਜਿਵੇਂ ਕਿ ਪਾਣੀ ਦਾ ਜਿਹੜਾ ਐਗਰੀਮੈਂਟ ਸੀਗਾ ਉਹਨੂੰ ਰੱਦ ਕਰਤਾ ਗਿਆ ਸੀਗਾ। ਜਿਹੜਾ ਜੇ ਇਹ ਵਾਲਾ ਐਕਟ ਵੀ ਜੇ ਕੀਤਾ ਜਾਂਦਾ ਕਿ ਸਪੈਸ਼ਲ ਸੈਸ਼ਨ ਸੀਕੁਐਂਸ ਵਾਈਜ਼, ਅਗਰ ਇਹਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਪੈਸ਼ਲ ਸੈਸ਼ਨ ਦੇ ਵਿੱਚ ਰੱਦ ਵੀ ਕੀਤਾ ਜਾ ਸਕਦਾ, ਕਿਉਂਕਿ ਇਹ ਕਿਸਾਨਾਂ ਲਈ ਕਾਫੀ ਖਤਰਨਾਕ ਹੈ। ਕੈਮਰਾਮੈਨ ਪ੍ਰਮੋਦ ਨੇਗੀ ਦੇ ਨਾਲ ਤਪਨ ਮਲਹੋਤਰਾ, ਜੀ ਮੀਡੀਆ, ਚੰਡੀਗੜ੍ਹ।